ਅਜੀਤ ਵੈਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਅਜੀਤ ਵੈਬ ਦੇ ਰਾਹੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੇ ਹਾਂ ਜੋ ਕਿ ਪਿਛਲੇ ਲਗਭਗ 20-25 ਸਾਲਾਂ ਤੋਂ ਦੁਨੀਆ ਦੇ ਲਗਭਗ 20 ਤੋਂ 25 ਮੁਲਕਾਂ ਦੇ ਵਿੱਚ ਖੇਤੀ ਸੰਬੰਧੀ ਲੋਕਾਂ ਨੂੰ, ਕਿਸਾਨਾਂ ਨੂੰ ਜਾਗਰੂਕ ਕਰ ਚੁੱਕੇ ਨੇ, ਟ੍ਰੇਨਿੰਗ ਦੇ ਚੁੱਕੇ ਨੇ, ਹਜ਼ਾਰਾਂ ਲੱਖਾਂ ਲੋਕਾਂ ਨੂੰ ਖੇਤੀ ਦੇ ਜੋ ਅਸਲ ਫਾਇਦੇ ਨੇ ਉਹ ਦੱਸ ਚੁੱਕੇ ਨੇ। ਮੇਰੀ ਮੁਰਾਦ ਹੈ ਸਰਦਾਰ ਰਾਜਵੀਰ ਸਿੰਘ। ਸਰਦਾਰ ਰਾਜਵੀਰ ਸਿੰਘ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਕਿਸਾਨ ਕਹਿ ਰਹੇ ਆ ਕਿ ਖੇਤੀ ਮੁਨਾਫੇ ਦਾ ਧੰਦਾ ਨਹੀਂ ਰਹੀ, ਪਰ ਸਰਦਾਰ ਰਾਜਵੀਰ ਸਿੰਘ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜੋ ਖੇਤੀ ਹੈ ਉਸ ਤੋਂ ਵੱਧ ਮੁਨਾਫੇ ਵਾਲਾ ਧੰਦਾ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ। ਰਾਜਵੀਰ ਜੀ, ਸਵਾਗਤ ਹੈ ਅਜੀਤ ਵੈਬ ਦੇ ਉੱਤੇ। ਹਾਂਜੀ, ਮੈਂ ਰਾਜਵੀਰ ਸਿੰਘ। ਮੈਂ ਦਾਅਵਾ ਨਹੀਂ ਕਰਦਾ, ਇਹ ਦਾਅਵਾ ਸਾਡੇ ਗ੍ਰੰਥ ਕਰਦੇ ਨੇ ਜਿਨ੍ਹਾਂ ਨੇ ਕਿਹਾ ਉੱਤਮ ਖੇਤੀ ਮੱਧਮ ਵਪਾਰ, ਨਿਖਿੱਧ ਚਾਕਰੀ ਭੀਖ ਵਕਾਰ। ਇਹ ਉੱਤਮ ਖੇਤੀ ਹੈ ਸਾਡੇ ਗ੍ਰੰਥਾਂ ਦੇ ਹਿਸਾਬ ਨਾਲ। ਮੈਂ ਇਹ ਪਿਛਲੇ 20 ਸਾਲਾਂ 'ਚ ਪ੍ਰੂਵ ਕਰ ਚੁੱਕਿਆ ਕਿ ਖੇਤੀ ਵਾਕਈ ਉੱਤਮ ਹੈ। ਰਾਜਵੀਰ ਸਿੰਘ ਜੀ, ਜਿਸ ਤਰ੍ਹਾਂ ਕਿ ਤੁਸੀਂ ਹੁਣੇ ਆਪਾਂ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਕਿ ਖੇਤੀ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਭੂਮਿਕਾ ਹੈ ਉਹ ਮਧੂਮੱਖੀ ਦੀ ਹੈ, ਸ਼ਹਿਦ ਵਾਲੀ ਮੱਖੀ ਦੀ ਹੈ। ਅੱਜ ਆਪਾਂ ਸ਼ਹਿਦ ਵਾਲੀ ਮੱਖੀ ਦੇ ਬਾਰੇ ਗੱਲ ਕਰ ਲਵਾਂਗੇ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਖੇਤੀ ਦੇ ਵਿੱਚ ਉਸ ਦੀ ਬੜੀ ਵੱਡੀ ਭੂਮਿਕਾ ਹੈ। ਤੁਸੀਂ ਕੀ ਸਮਝਦੇ ਹੋ ਕਿ ਮਧੂਮੱਖੀ ਹੈ, ਜੋ ਸ਼ਹਿਦ ਵਾਲੀ ਮੱਖੀ ਹੈ, ਉਸ ਦੀ ਖੇਤੀ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਹੈ, ਕੀ ਉਸ ਦਾ ਯੋਗਦਾਨ ਹੈ? ਜਿੱਥੋਂ ਤੱਕ ਮਧੂਮੱਖੀ ਦੀ ਗੱਲ ਹੈ, ਖੇਤੀ ਦੇ ਵਿੱਚ ਭੂਮਿਕਾ ਤਾਂ ਸੀ ਪੋਲੀਨੇਟਰਾਂ ਦੀ, ਜਿਹੜਿਆਂ ਦੀ ਗਿਣਤੀ 300 ਸੀ। ਅਸੀਂ ਉਹ ਸਾਰੇ ਸਪਰੇਆਂ ਕਰਕੇ ਮਾਰਤੇ। ਹੁਣ ਸਾਡੇ ਕੋਲ ਬਚੇ ਹੀ 4 ਨੇ। 4 ਦੇ ਵਿੱਚੋਂ 2 ਜਿਹੜੇ ਅਸੀਂ ਪਾਲਤੂ ਕਰ ਸਕਦੇ ਹਾਂ, 2 ਜਿਨ੍ਹਾਂ ਨੂੰ ਨਹੀਂ ਪਾਲਤੂ ਕਰ ਸਕਦੇ। ਜਿਨ੍ਹਾਂ ਨੂੰ ਅਸੀਂ ਪਾਲਤੂ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਮਧੂਮੱਖੀ ਕਹਿੰਦੇ ਹਾਂ। ਅਤੇ ਇਹ ਕਿਉਂਕਿ ਹੁਣ 300 ਚੋਂ ਇੱਕੋ ਹੀ ਰਹਿ ਗਿਆ ਅਤੇ ਇਸ ਇੱਕ ਦੇ ਉੱਤੇ ਅਸੀਂ ਡਿਪੈਂਡ। ਜਿੱਦਣ ਇਹ ਖਤਮ ਹੋ ਗਿਆ ਤਾਂ ਜਿਹੜਾ ਮਹਾਨ ਸਾਇੰਸਦਾਨ ਆਇਨਸਟਾਈਨ ਸੀ ਉਹਨੇ ਇਹ ਕਿਹਾ ਸੀ ਕਿ ਜਿੱਦਣ ਮਧੂਮੱਖੀ ਖਤਮ ਹੋ ਗਈ 4 ਸਾਲਾਂ ਦੇ ਵਿੱਚ ਮਾਨਵਤਾ ਇਸ ਪਲੈਨਟ ਤੋਂ ਖਤਮ ਹੋ ਜਾਊਗੀ। ਔਰ ਇਹ ਸੱਚੀ ਗੱਲ ਹੈ 105%। ਰਾਜਵੀਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮਧੂਮੱਖੀ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਪੋਲੀਨੇਟਰ ਹੈ। ਸ਼ਹਿਦ ਦੀ ਜੇਕਰ ਗੱਲ ਕਰ ਲਈਏ, ਖੇਤੀ ਦੇ ਵਿੱਚ ਤਾਂ ਲਾਹੇਵੰਦ ਤੁਸੀਂ ਦੱਸ ਰਹੇ ਹੋ ਕਿ ਮਧੂਮੱਖੀ ਹੈ ਹੀ ਹੈ। ਜਿਹੜਾ ਸ਼ਹਿਦ ਹੈ ਉਸ ਸ਼ੁੱਧ ਅਤੇ ਅਸ਼ੁੱਧ ਸ਼ਹਿਦ ਨੂੰ ਗੱਲ ਕਰ ਲਈਏ ਤਾਂ ਉਸਦੇ ਵੀ ਕੀ ਪਛਾਣ ਹੈ, ਕੀ ਉਹਦੇ ਗੁਣ ਨੇ, ਉਹਦੇ ਬਾਰੇ ਵੀ ਸਾਨੂੰ ਦੱਸੋ ਜੀ। ਹਾਂ, ਜਿਹੜਾ ਸ਼ਹਿਦ ਹੈ ਇਹਦਾ ਬਾਈ ਪ੍ਰੋਡਕਟ ਹੈ, ਇਹਦੀ ਖੁਰਾਕ ਹੈ ਆਪਦੀ ਪੋਲਨ ਅਤੇ ਸ਼ਹਿਦ। ਜਦ ਮਧੂਮੱਖੀ ਨੈਕਟਰ ਇਕੱਠਾ ਕਰਦੀ ਹੈ ਜਿਹਨੂੰ ਅਸੀਂ ਮਕਰੰਦ ਕਹਿੰਦੇ ਹਾਂ, ਉਹ ਮਕਰੰਦ ਨੂੰ ਆਪਦੇ ਛੱਤੇ 'ਚ ਲਿਆਉਣ ਵੇਲੇ ਉਹਦੇ ਵਿੱਚ ਕੁਛ ਐਂਜ਼ਾਈਮ ਪਾਉਂਦੀ ਹੈ ਔਰ ਉਹਦੀ ਮੋਇਸਚਰ ਨੂੰ 18% ਤੱਕ ਲੈ ਕੇ ਆਉਂਦੀ ਹੈ। ਉਹਨੂੰ ਫਿਰ ਇਹ ਸੀਲ ਕਰ ਦਿੰਦੀ ਹੈ ਜਿਹਨੂੰ ਅਸੀਂ ਸ਼ੁੱਧ ਸ਼ਹਿਦ ਕਹਿੰਦੇ ਹਾਂ। ਉਹ ਸ਼ਹਿਦ 1000 ਸਾਲ ਤੱਕ ਚੱਲ ਸਕਦਾ ਹੈ ਕਿਉਂਕਿ ਉਹਦੇ ਵਿੱਚ ਸ਼ਹਿਦ ਦੇ ਵਿੱਚ 4 ਤਰ੍ਹਾਂ ਦੀਆਂ ਸ਼ੱਕਰਾਂ, ਖੰਡਾਂ ਨੇ। ਪਹਿਲੀ ਗਲੂਕੋਜ਼, ਫਰਕਟੋਜ਼, ਲਿਵੋਲੋਜ਼, ਸੁਕਰੋਜ਼, ਅਤੇ ਜੋ 5ਵੀਂ ਖੰਡ ਹੈ ਜਿਹਨੂੰ ਅਸੀਂ C4 ਕਹਿੰਦੇ ਹਾਂ, ਗੰਨੇ ਤੋਂ ਬਣਦੀ ਹੈ ਜਾਂ ਸਿਰਪਾਂ ਤੋਂ ਬਣਦੀ ਹੈ। ਅਤੇ ਉਹ ਅਸੀਂ ਇਸ ਸ਼ਹਿਦ ਦੇ ਵਿੱਚ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ, 0.4%, 5%, ਇਹ ਤੋਂ ਜ਼ਿਆਦਾ ਨਹੀਂ ਹੁੰਦੀ। ਪਰ ਜਦ ਅਸੀਂ ਕੱਚਾ ਸ਼ਹਿਦ ਜਿਹਨੂੰ ਕਹਿੰਦੇ ਨੇ, ਨੈਕਟਰ ਸਿੱਧਾ ਇਕੱਠਾ ਕਰ ਲੈਂਦੇ ਹਾਂ, ਉਸ ਨੂੰ ਫਿਰ ਅਸੀਂ ਸ਼ਹਿਦ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿੰਨੀਆਂ ਕੰਪਨੀਆਂ ਨੇ ਅੱਜ ਮਾਰਕੀਟ ਦੇ ਵਿੱਚ, ਉਹ ਉਸ ਕੱਚੇ ਸ਼ਹਿਦ ਤੋਂ ਸ਼ਹਿਦ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜੋ ਮਸ਼ੀਨ ਅੱਜ ਤੱਕ ਨਹੀਂ ਬਣੀ। ਉਹ ਸਿਰਫ ਸ਼ਹਿਦ ਦੀ ਮੱਖੀ ਹੀ ਬਣਾ ਸਕਦੀ ਹੈ। ਰਾਜਵੀਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕੱਚਾ ਸ਼ਹਿਦ ਅਤੇ ਪੱਕਾ ਸ਼ਹਿਦ, ਕਿਉਂਕਿ ਬਹੁਤ ਸਾਰੇ ਲੋਕ ਹੋਣਗੇ ਭਾਵੇਂ ਵਿੱਚ ਅਸੀਂ ਹੋਈਏ, ਆਮ ਲੋਕਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕੱਚਾ ਸ਼ਹਿਦ ਜਾਂ ਪੱਕਾ ਸ਼ਹਿਦ ਇਹਦੇ ਵਿੱਚ ਫ਼ਰਕ ਕੀ ਹੁੰਦਾ। ਤੁਸੀਂ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਇਹ ਦੋਨਾਂ ਦੀ ਪਛਾਣ ਅਲੱਗ-ਅਲੱਗ ਹੈ ਜਾਂ ਫਿਰ ਇਹਦੇ ਗੁਣਾਂ ਤੋਂ ਜਾਂ ਫਿਰ ਇਹਦੇ ਅੰਦਰ ਵੜ ਕੇ ਹੀ ਪਤਾ ਲੱਗਿਆ ਜਾ ਸਕਦਾ ਹੈ, ਟੇਸਟ ਰਾਹੀਂ ਪਤਾ ਕਿਸ ਤਰੀਕੇ ਦੇ ਨਾਲ ਇਹਦੀ ਪਛਾਣ ਕੀਤੀ ਜਾ ਸਕਦੀ ਹੈ? ਜਿਹੜਾ ਕੱਚਾ ਸ਼ਹਿਦ ਹੈ ਉਹ ਤਾਂ ਨੈਕਟਰ ਹੈ ਔਰ ਉਹਨੂੰ ਜੇ ਉਬਾਲੋਗੇ ਤਾਂ ਉਹ ਚੀਨੀ ਬਣ ਜੂਗੀ ਅਤੇ ਉਹ ਜੰਮ ਜੂਗਾ ਔਰ ਖੱਟਾ ਹੋ ਜੂਗਾ। ਜਿਹੜਾ ਅਸਲੀ ਸ਼ਹਿਦ ਹੈ ਉਹ ਕਦੇ ਖੱਟਾ ਨਹੀਂ ਹੋਊਗਾ, ਨਾ ਉਹ ਕਦੇ, ਹਾਂ ਜੰਮਣਾ, ਕ੍ਰਿਸਟਲ ਬਣਨਗੇ ਜ਼ਰੂਰ। ਕ੍ਰਿਸਟਲਾਈਜੇਸ਼ਨ ਸ਼ਹਿਦ ਦਾ ਗੁਣ ਹੈ, ਪਰ ਉਹ ਕ੍ਰਿਸਟਲ ਗਲੂਕੋਜ਼ 'ਤੇ ਹੋਣਗੇ, ਚੀਨੀ ਦੇ ਨਹੀਂ।
ਇਸ ਦਾ ਮਤਲਬ ਤਾਂ ਇਹ ਲਗਾ ਲਈਏ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੋ ਕੰਪਨੀਆਂ, ਵੱਡੀਆਂ ਕੰਪਨੀਆਂ ਸ਼ਹਿਦ ਵੇਚ ਰਹੀਆਂ ਨੇ ਬਾਜ਼ਾਰ ਦੇ ਵਿੱਚ, ਕਿਉਂਕਿ ਜੇਕਰ ਅਸੀਂ ਲੋਕ ਜਿਹੜੇ ਆਮ ਲੋਕ ਆ ਉਹ ਸ਼ਹਿਦ ਲੈਣ ਜਾਂਦੇ ਹਾਂ ਤਾਂ ਅਸੀਂ ਬ੍ਰਾਂਡ ਦੇਖਦੇ ਹਾਂ ਕੰਪਨੀ ਦਾ, ਕਿ ਬ੍ਰਾਂਡ ਚੰਗਾ ਹੈ ਤਾਂ ਇਟ ਮੀਨਸ ਇਹਦਾ ਮਤਲਬ ਇਹ ਹੈ ਕਿ ਸ਼ਹਿਦ ਚੰਗਾ ਹੈ। ਇਹਦਾ ਮਤਲਬ ਕਿ ਉਹ ਜਿਹੜੀਆਂ ਕੰਪਨੀਆਂ ਨੇ ਉਹ ਨਕਲੀ ਜਾਂ ਕੱਚਾ ਸ਼ਹਿਦ ਕਹਿ ਲਈਏ ਜਾਂ ਅਸ਼ੁੱਧ ਸ਼ਹਿਦ ਵੇਚ ਰਹੀਆਂ ਨੇ। ਜਿਹੜੀਆਂ ਕੰਪਨੀਆਂ ਨੇ ਉਹ ਇਹਨੂੰ ਗਰਮ ਕਰਦੀਆਂ ਨੇ 200 ਡਿਗਰੀ ਤੱਕ, ਚਾਹੇ ਕਿੱਡੀ ਵੱਡੀ ਕੰਪਨੀ ਹੈ, ਬਲਕਿ ਹੁਣ ਤਾਂ 230 ਤੇ ਪਹੁੰਚ ਗਏ ਨੇ। 99% ਸ਼ਹਿਦ ਜੋ ਬਾਜ਼ਾਰ ਦੇ ਵਿੱਚ ਹੈ, FASSI ਦੀ 1 ਜੁਲਾਈ 2018 ਦੀ ਰਿਪੋਰਟ ਹੈ, ਪ੍ਰੈਸ ਰਿਪੋਰਟ ਦੇ ਵਿੱਚ FASSI ਦੇ ਚੇਅਰਮੈਨ ਨੇ ਇਹ ਮੰਨਿਆ ਕਿ 99% ਸ਼ਹਿਦ ਅਡਲਟਰੇਟਡ ਹੈ। ਬੜੀ ਵੱਡੀ ਗੱਲ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 99% ਜਿਹੜਾ ਸ਼ਹਿਦ ਹੈ ਸਰਕਾਰੀ ਰਿਪੋਰਟ ਦੇ ਮੁਤਾਬਕ। ਰਾਜਵੀਰ ਜੀ, ਕੱਚਾ ਸ਼ਹਿਦ ਜਿਹੜਾ ਤੁਸੀਂ ਕਹਿ ਰਹੇ ਹੋ 99% ਮਾਰਕੀਟ ਦੇ ਵਿੱਚ ਆ ਰਿਹਾ, ਕੀ ਇਸ ਦੇ ਕੋਈ ਨੁਕਸਾਨ ਵੀ ਨੇ? ਜਿਹੜਾ ਕੱਚਾ ਸ਼ਹਿਦ ਹੈ, ਇਕੱਲਾ ਕੱਚਾ ਸ਼ਹਿਦ ਨਹੀਂ, ਇਹਦੇ ਵਿੱਚ ਲਾਈਵ ਟਿਸ਼ੂ, ਮੱਖੀ ਦਾ ਅੰਡਾ, ਮੱਖੀ ਦੀ ਸੁੰਡੀ ਅਤੇ ਮੱਖੀ ਪੀਸੀ ਜਾਂਦੀ ਹੈ, ਨਿਚੋੜ ਕੇ ਕੱਢਦੇ ਨੇ। ਜਦੋਂ ਸ਼ਹਿਦ ਨਿਕਲ ਜਾਂਦਾ ਹੈ, ਅੱਜ ਤੱਕ ਦੁਨੀਆ 'ਤੇ ਕੋਈ ਮਸ਼ੀਨ ਨਹੀਂ ਬਣੀ ਜਿਹੜਾ ਕੱਚੇ ਆਂਡੇ ਦੇ ਟਿਸ਼ੂ ਨੂੰ ਅੱਡ ਕਰ ਦੇ। ਉਹ ਟਿਸ਼ੂ ਹੀ ਫਰਮੈਂਟੇਟ ਕਰਾ ਦਿੰਦਾ ਹੈ। ਅਤੇ ਅਸੀਂ ਸ਼ਹਿਦ ਇਸ ਲਈ ਖਾਂਦੇ ਹਾਂ ਕਿ ਉਹਦੇ ਵਿੱਚ ਐਂਜ਼ਾਈਮ ਨੇ, ਔਰ ਉਹਦੇ ਵਿੱਚ ਉਹ 4 ਤਰ੍ਹਾਂ ਦੀਆਂ ਖੰਡਾਂ ਨੇ। ਉਹ 4 ਤਰ੍ਹਾਂ ਦੀਆਂ ਖੰਡਾਂ ਨੂੰ ਅਸੀਂ ਉਬਾਲ ਕੇ ਖ਼ਤਮ ਕਰ ਦਿੰਦੇ ਹਾਂ, ਅਤੇ ਜਦ ਅਸੀਂ ਉਬਾਲਦੇ ਹਾਂ ਇਹਨੂੰ, ਅਤੇ ਉਹਦੇ ਨਾਲ ਉਹਦੇ ਵਿੱਚੋਂ ਐਂਜ਼ਾਈਮ ਸਾਰੇ ਖਤਮ ਹੋ ਜਾਂਦੇ ਨੇ। ਅਤੇ ਉਹ ਤਾਂ ਮੇਰੇ ਖਿਆਲ ਦੇ ਵਿੱਚ ਨੁਕਸਾਨ ਵਾਲੀ ਚੀਜ਼ ਰਹਿ ਜਾਂਦੀ ਹੈ, ਜਿਹਦੇ ਨਾਲ ਆਮ ਤੌਰ 'ਤੇ ਪਿੱਛੇ ਵਰਲਡ ਹਨੀ ਕਾਨਫਰੰਸ 2002 ਦੇ ਵਿੱਚ ਬੰਗਲੌਰ ਦੇ ਵਿੱਚ ਹੋਈ ਸੀ। ਉੱਥੇ ਉਹ ਬਾਕਾਇਦਾ ਡਾਕਟਰ ਨੇ, ਕਿਸੇ ਨੇ ਕਿਹਾ ਸੀ ਕਿ ਬੋਟਲ ਨੈਕ ਡਿਜ਼ੀਜ਼ ਹੁੰਦਾ ਇਹ ਸ਼ਹਿਦ ਖਾਣ ਨਾਲ। ਮੈਂ ਉੱਥੇ ਵੀ ਓਬਜੈਕਸ਼ਨ ਕੀਤਾ ਸੀ, ਜੇ ਸ਼ੁੱਧ ਸ਼ਹਿਦ ਹੈ ਉਹਦੇ ਨਾਲ ਕਦੇ ਬੋਟਲ ਨੈਕ ਡਿਜ਼ੀਜ਼ ਨਹੀਂ ਹੋਊਗਾ, ਕੋਈ ਡਿਜ਼ੀਜ਼ ਨਹੀਂ ਹੋਊਗਾ। ਪਰ ਹੁਣ ਕੀ ਕਰ ਲਿਆ, ਹੁਣ ਤਾਂ ਸਾਡੇ ਡਾਕਟਰਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜਨਮ ਗੁੱਟੀ ਜਿਹੜੀ ਸ਼ਹਿਦ ਦਿੰਦੇ ਸੀ ਉਹਦੀ ਜਗ੍ਹਾ ਪਾਣੀ ਪਿਆ ਦਿਓ ਜਾਂ ਮਾਂ ਦਾ ਦੁੱਧ ਪਿਆ ਦਿਓ, ਕਿਉਂਕਿ ਸ਼ਹਿਦ ਤਾਂ ਪਿਓਰ ਹੈ ਨਹੀਂ। ਰਾਜਵੀਰ ਜੀ, ਤੁਸੀਂ ਬਹੁਤ ਡੂੰਘਾਈ ਦੇ ਵਿੱਚ ਸ਼ਹਿਦ ਦੇ ਉੱਤੇ ਸਟੱਡੀ ਕੀਤੀ ਹੋਈ ਹੈ, ਤੁਸੀਂ ਲੰਬੇ ਸਮੇਂ ਤੋਂ ਸ਼ਹਿਦ ਦੇ ਉੱਤੇ ਕੰਮ ਕਰ ਰਹੇ ਹੋ। ਕਿਹੜੇ ਉਹ ਦੇਸ਼ ਨੇ ਜਿੱਥੇ ਤੁਸੀਂ ਹੁਣ ਤੱਕ ਕਿਸਾਨਾਂ ਨੂੰ ਟ੍ਰੇਨਿੰਗ ਦੇ ਚੁੱਕੇ ਹੋ? ਕਿੰਨੇ ਕੁ ਦੇਸ਼ ਨੇ, ਜਿਸ ਤਰ੍ਹਾਂ ਤੁਸੀਂ ਮੁਲਕ ਤੇ ਦੱਸ ਰਹੇ ਹੋ ਕਿ 20-25 ਮੁਲਕ ਹੈ, ਕਿਹੜੇ ਉਹ ਵੱਡੇ ਦੇਸ਼ ਵੀ ਨੇ ਕੁਛ? ਕਿੰਨੇ ਕਿਸਾਨਾਂ ਨੂੰ ਹੁਣ ਤੱਕ ਟ੍ਰੇਨਿੰਗ ਦੇ ਚੁੱਕੇ ਹੋ? ਮੈਂ ਵੱਡੇ ਦੇਸ਼ਾਂ 'ਚੋਂ ਸਟਾਰਟ ਹੀ ਮੈਂ ਇੰਗਲੈਂਡ ਤੋਂ ਕੀਤਾ, ਜਰਮਨ ਤੋਂ। ਹੁਣ ਵੀ ਇਹ ਦੇਸ਼ਾਂ ਦੇ ਸਾਇੰਟਿਸਟ, ਹਾਲੈਂਡ ਦੇ ਸਭ ਤੋਂ ਜ਼ਿਆਦਾ ਸਾਇੰਟਿਸਟ ਮੇਰੇ ਕੋਲ ਆਉਂਦੇ ਨੇ। ਅਸੀਂ ਮਿਲ ਕੇ ਕੰਮ ਕਰਦੇ ਹਾਂ, ਕਿਉਂਕਿ ਸਾਡੇ ਮੁੱਖ ਬਾਇਰ ਉਹ ਨੇ, ਖਰੀਦਦਾਰ ਸਾਡੇ ਸ਼ਹਿਦ ਦੇ ਉਹ ਨੇ। ਅੱਜ ਸਾਡੇ ਭਾਰਤ ਦਾ ਸ਼ਹਿਦ ਟੋਟਲੀ ਬੈਨ ਹੋ ਚੁੱਕਿਆ। ਉਹ ਇਸ ਕਰਕੇ ਬੈਨ ਹੋਇਆ ਕਿ ਅਸੀਂ ਕੁਆਲਿਟੀ ਨੂੰ ਕੰਟਰੋਲ ਹੀ ਨਹੀਂ ਕੀਤਾ। ਇਹਦੇ ਨਾਲ ਸਾਨੂੰ ਫਰਕ ਇਹ ਪੈ ਰਿਹਾ ਹੈ ਕਿ ਇੱਕ ਤਾਂ ਅਸੀਂ ਕੁਆਲਿਟੀ ਸ਼ਹਿਦ ਦੀ ਗਿਰਾ ਰਹੇ ਹਾਂ, ਦੂਜਾ ਸਾਡੀ ਖੇਤੀ ਦੀ ਉਪਜ ਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ, ਕੁਆਲਿਟੀ ਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਕਿਉਂਕਿ ਹਰ ਜੋ ਜਿਹੜਾ ਪੋਲਨ ਹੈ ਉਹਦੇ 2 ਨਿਊਕਲੀਅਸ ਹੁੰਦੇ ਨੇ। ਉਹ ਨਿਊਕਲੀਅਸਾਂ 'ਚੋਂ ਇੱਕ ਨਿਊਕਲੀਅਸ ਡਿਸਾਈਡ ਕਰਦਾ ਹੈ ਇਹ ਫਰੂਟ ਦਾ ਰੰਗ ਕਿਹੋ ਜਿਹਾ ਹੋਊ, ਇਹ ਫਰੂਟ ਦਾ ਟੇਸਟ ਕਿਹੋ ਜਿਹਾ ਹੋਊ, ਔਰ ਦੂਸਰਾ ਨਿਊਕਲੀਅਸ ਇਹ ਡਿਸਾਈਡ ਕਰਦਾ ਇਹਦੀ ਗਿਣਤੀ ਕਿੰਨੀ ਹੋਊ। ਤੁਸੀਂ ਆਮ ਦੇਖਿਆ ਹੋਣਾ ਕਿ ਫਰੂਟ ਜਾਂ ਤਾਂ ਛੋਟਾ ਰਹਿ ਜਾਂਦਾ ਹੈ। ਅੱਜ ਸਾਡਾ ਸੰਤਰਾ ਇੰਨਾ ਛੋਟਾ ਹੋ ਗਿਆ ਸਿਰਫ ਮਧੂਮੱਖੀ ਕਰਕੇ। ਅੱਜ ਸਾਡੇ ਅੰਬ ਦਾ ਉਹ ਟੇਸਟ ਨਹੀਂ ਰਿਹਾ, ਅੱਜ ਸਾਡੇ ਤਰਬੂਜ ਦਾ ਉਹ ਟੇਸਟ ਨਹੀਂ ਰਿਹਾ, ਸਾਡਾ ਪਪੀਤਾ ਇੱਕਸਾਰ ਨਹੀਂ ਆ ਰਿਹਾ, ਸਿਰਫ ਕਿਉਂਕਿ ਉਹਨਾਂ ਦੇ ਪੋਲਨ ਪੂਰੇ ਗਿਣਤੀ 'ਚ ਅੰਦਰ ਨਹੀਂ ਜਾ ਰਹੇ। ਰਾਜਵੀਰ ਜੀ, ਤੁਹਾਡੇ ਮੁਤਾਬਕ ਮੰਨੀਏ ਤਾਂ ਵਿਦੇਸ਼ਾਂ ਦੇ ਵੱਲੋਂ ਜੋ ਹਿੰਦੁਸਤਾਨ ਦਾ ਸ਼ਹਿਦ ਹੈ ਉਸ ਨੂੰ ਨਕਾਰ ਦਿੱਤਾ ਗਿਆ? ਬਿਲਕੁਲ, ਟੋਟਲੀ। ਅਤੇ ਫਿਰ ਜੇਕਰ ਅਸੀਂ ਵਿਦੇਸ਼ਾਂ ਦੇ ਵਿੱਚ ਆਪਣੇ ਸ਼ਹਿਦ ਨੂੰ ਦੁਬਾਰਾ ਪ੍ਰਫੁੱਲਤ ਕਰਨਾ ਹੋਵੇ, ਇਸ ਨੂੰ ਮਾਨਤਾ ਦਿਵਾਉਣੀ ਹੋਵੇ, ਤਾਂ ਉਸ ਦੇ ਲਈ ਕਿਸਾਨਾਂ ਨੂੰ ਕੀ ਕਰਨਾ ਪਵੇਗਾ? ਹਾਂ, ਕਿਸਾਨਾਂ ਨੇ ਨਹੀਂ ਕਰਨਾ, ਇਹ ਕੰਮ ਗੌਰਮੈਂਟ ਨੇ ਕਰਨਾ ਸੀ, ਪਰ ਪਿਛਲੇ 70 ਸਾਲ ਤੋਂ ਇਹ ਕੰਮ ਗੌਰਮੈਂਟ ਨੇ ਨਹੀਂ ਕੀਤਾ। 1 ਜਨਵਰੀ 2019 ਤੋਂ ਹੁਣ ਨਵੇਂ ਪੈਰਾਮੀਟਰ ਆ ਗਏ ਨੇ, 19 ਨਹੀਂ 20 ਤੋਂ 1 ਜਨਵਰੀ 2020 ਤੋਂ FASSI ਦੇ ਪੈਰਾਮੀਟਰ ਆ ਚੁੱਕੇ ਨੇ, ਜਿਹਦੇ 'ਚ 22 ਪੈਰਾਮੀਟਰ ਕਰਤੇ ਨੇ ਇਹਨਾਂ ਨੇ। ਔਰ ਜੇਕਰ ਇਹ ਪੈਰਾਮੀਟਰ ਪੂਰੇ ਨਹੀਂ ਕਰੂਗਾ ਸਾਡਾ ਕਿਸਾਨ, ਤਾਂ ਉਹਨੂੰ 6 ਮਹੀਨੇ ਦੀ ਕੈਦ, 3.5 ਲੱਖ ਰੁਪਏ ਜੁਰਮਾਨਾ ਹੈ। ਹੁਣ ਕਿਸਾਨ ਸਿੱਧੇ ਹੋ ਕੇ ਕੰਮ ਕਰਨਗੇ, ਪਰ ਕਿਸਾਨਾਂ ਦਾ ਕਸੂਰ ਨਹੀਂ, ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲਾ ਕੋਈ ਨਹੀਂ ਹੈ ਇੱਥੇ।
ਕਿਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਹੈ, ਜੇ ਤੁਸੀਂ ਗੱਲ ਕਰ ਰਹੇ ਹੋ, ਤੁਸੀਂ 25 ਮੁਲਕਾਂ ਦੀ ਗੱਲ ਕਰ ਰਹੇ ਹੋ, ਟ੍ਰੇਨਿੰਗ ਦਿੱਤੀ ਹੈ ਹਜ਼ਾਰਾਂ ਲੱਖਾਂ ਕਿਸਾਨਾਂ ਨੂੰ ਟ੍ਰੇਨਿੰਗ, ਤੁਸੀਂ ਕੀ ਸਮਝਦੇ ਹੋ ਕਿ ਅਜੋਕੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕਿਹੜੀ ਟ੍ਰੇਨਿੰਗ ਦੀ, ਕਿਸ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ? ਇਹਦੇ ਵਿੱਚ ਪਹਿਲਾਂ ਅਸੀਂ ਫੰਡਾਮੈਂਟਲ ਟ੍ਰੇਨਿੰਗ ਦਿੰਦੇ ਹਾਂ 3 ਦਿਨ ਦੀ, ਉਸ ਤੋਂ ਬਾਅਦ ਐਡਵਾਂਸ ਟ੍ਰੇਨਿੰਗ ਦਿੰਦੇ ਹਾਂ 7 ਦਿਨ ਦੀ, ਉਸ ਤੋਂ ਬਾਅਦ ਜਿਹੜੀ ਟ੍ਰੇਨਿੰਗ ਹੈ ਉਹ 9 ਮਹੀਨੇ ਤੋਂ 1 ਸਾਲ ਦੀ ਹੈ, ਪਰ ਉਹਦੇ 'ਚ ਅਸੀਂ ਫੀਸ ਨਹੀਂ ਲੈਂਦੇ, ਉਹ ਅਪ੍ਰੈਂਟਿਸ ਟ੍ਰੇਨਿੰਗ ਹੈ ਸਾਡੀ, ਔਰ ਇਹ ਸਾਰੀ ਇਨਫੋਰਮਲ ਟ੍ਰੇਨਿੰਗ ਹੈ ਅਤੇ 15 ਘੰਟੇ ਦੀ ਪਹਿਲੀ, ਉਸ ਤੋਂ ਬਾਅਦ ਅਸੀਂ ਉਹਨੂੰ 45 ਘੰਟਿਆਂ 'ਚ ਵੰਡਦੇ ਹਾਂ ਅਤੇ ਇਹਦੇ ਵਿੱਚ ਸ਼ਹਿਦ ਤੋਂ ਆਂਡਾ ਕਿਵੇਂ ਅਲੱਗ ਕਰਨਾ ਇਹ ਸਿਖਾਉਂਦੇ ਹਾਂ, ਔਰ ਪਿਓਰ ਸ਼ਹਿਦ ਕਿਵੇਂ ਕੱਢਣਾ ਉਹ ਸਿਖਾਉਂਦੇ ਹਾਂ, ਔਰ ਵਿਦੇਸ਼ਾਂ ਤੋਂ ਜਿਹੜੇ ਸਾਇੰਟਿਸਟ ਸਾਡੇ ਕੋਲ ਆਉਂਦੇ ਨੇ ਉਹ ਵੀ ਨਾਲ ਸਾਡੇ ਟ੍ਰੇਨਿੰਗ ਦਿੰਦੇ ਨੇ, ਜਿਹੜੇ ਸਾਡੇ ਬਾਇਰ ਨੇ। ਤੋ ਇਸ ਕਰਕੇ ਸਾਡਾ ਸ਼ਹਿਦ ਜਿਹੜਾ ਅਸੀਂ ਇਸ ਤਰ੍ਹਾਂ ਪੈਦਾ ਕਰਦੇ ਹਾਂ, ਔਰ ਉਹਦੇ ਨਾਲ ਅਸੀਂ ਫਸਲਾਂ ਨਾਲ ਵੀ ਉਹਦਾ ਜੋੜਦੇ ਹਾਂ। ਡੇਅਰੀ ਦੇ ਨਾਲ ਅਸੀਂ ਮਧੂਮੱਖੀ ਨੂੰ ਜੋੜਿਆ, ਕਿਵੇਂ ਕਿ ਫਾਊਡਰ ਪੈਦਾ ਕਰੋ, ਫਾਊਡਰ ਦੇ ਵਿੱਚੋਂ ਪੋਲਨ ਮਿਲਦਾ ਸਾਨੂੰ ਮੱਕੀ, ਜਵਾਰ, ਬਾਜਰੇ ਤੋਂ, ਉਹ ਪੋਲਨ ਦੇ ਨਾਲ ਸਾਡੀ ਮੱਖੀ ਬਣਦੀ ਹੈ। ਜਦ ਮੱਖੀ ਬਣ ਜਾਂਦੀ ਹੈ ਉਦੋਂ ਨੂੰ ਸੀਜ਼ਨ ਆ ਜਾਂਦਾ ਹੈ ਅਤੇ ਮੱਖੀ ਸਾਡੀ ਸ਼ਹਿਦ ਇਕੱਠਾ ਕਰ ਲੈਂਦੀ ਹੈ, ਫਿਰ ਸੀਜ਼ਨ ਆ ਜਾਂਦਾ ਹੈ ਦੂਸਰਾ ਸ਼ਹਿਦ। ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸ਼ਹਿਦ, ਉਹ ਨਿੰਮ ਦਾ ਹੋਵੇ, ਉਹ ਸਰੋਂ ਦਾ ਹੋਵੇ, ਉਹ ਕਿੱਕਰ ਦਾ ਵੀ ਸ਼ਹਿਦ ਬਹੁਤ ਕਮਾਲ ਦਾ ਹੈ, ਨਿੰਬੂ ਦਾ ਸ਼ਹਿਦ ਬਹੁਤ ਹੀ ਜ਼ਿਆਦਾ ਕਮਾਲ ਦਾ ਹੈ। ਤੋਂ ਅਲੱਗ-ਅਲੱਗ ਧਨੀਏ ਦਾ, ਆਪਣਾ ਅਜਵਾਇਣ ਦਾ, ਸੌਂਫ ਦਾ, ਨਿੰਮ ਦਾ, ਅਲੱਗ-ਅਲੱਗ ਤਰ੍ਹਾਂ ਦੇ ਸ਼ਹਿਦ ਅਸੀਂ ਇਕੱਠੇ ਕਰਾਉਣਾ ਸਿਖਾਉਂਦੇ ਹਾਂ। ਰਾਜਵੀਰ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਖੇਤੀ ਬਹੁਤ ਲਾਹੇਵੰਦ ਧੰਦਾ ਹੈ ਅਤੇ ਉਸ ਦੇ ਨਾਲ ਨਾਲ ਜਿਹੜਾ ਸ਼ਹਿਦ ਦਾ ਧੰਦਾ ਉਹ ਵੀ ਬੜਾ ਲਾਹੇਵੰਦ ਹੈ, ਕੀ ਤੁਸੀਂ ਵੀ ਖੁਦ ਇਹ ਧੰਦਾ ਕਰ ਰਹੇ ਹੋ ਅਤੇ ਕਿੰਨਾ ਕੁ ਮੁਨਾਫਾ ਹੈ ਜਿਹੜਾ ਉਹ ਕਮਾ ਰਹੇ ਹੋ? ਜਿੱਥੇ ਤੱਕ ਖੇਤੀ ਦਾ ਸੰਬੰਧ ਹੈ, ਮਧੂਮੱਖੀ ਅੱਡ ਧੰਦਾ ਨਹੀਂ, ਮਧੂਮੱਖੀ ਬਿਨਾਂ ਖੇਤੀ ਨਹੀਂ ਹੋ ਸਕਦੀ, ਪਹਿਲੀ ਗੱਲ। ਗਊ ਬਿਨਾਂ ਖੇਤੀ ਨਹੀਂ ਹੋ ਸਕਦੀ, ਦੂਜੀ ਗੱਲ। ਹੁਣ ਆ ਗਿਆ ਮੁਨਾਫੇ ਦਾ ਸਵਾਲ। ਇੱਕ ਆਰਗੇਨਾਈਜੇਸ਼ਨ ਹੈ EEE, 3 ਵਾਰ E ਲਿਖੀ ਹੈ, EEE ਯੂਰਪ ਦੀ ਹੈ। ਉਹਨਾਂ ਨੇ ਸਾਡੇ ਪ੍ਰੈਜੈਂਟੇਸ਼ਨ ਦੇ ਕੇ ਗਏ ਸੀ, ਉਹਨਾਂ ਨੇ ਦੱਸਿਆ ਕਿ ਇੱਕ ਡੱਬੇ ਤੋਂ 69,000 ਯੂਰੋ ਆਮਦਨ ਹੈ 1 ਸਾਲ ਦੀ, ਜਿਹਦਾ ਆਪਣੇ ਹਿੰਦੁਸਤਾਨੀ ਜਾਂ ਇੰਡੀਅਨ ਕਰੰਸੀ ਦੇ ਵਿੱਚ 55 ਲੱਖ ਰੁਪਈਆ ਬਣਦਾ ਹੈ। ਜੇ 55 ਲੱਖ ਰੁਪਈਆ ਇੱਕ ਕਲੋਨੀ ਤੋਂ ਕੱਢਿਆ ਜਾ ਸਕਦਾ ਹੈ ਤਾਂ ਮੇਰੇ ਖਿਆਲ ਜੱਟ ਵਰਗਾ ਤਾਂ ਰਾਜਾ ਹੀ ਕੋਈ ਨਹੀਂ ਦੁਨੀਆ 'ਤੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਸੀ, ਸਰਦਾਰ ਰਾਜਵੀਰ ਸਿੰਘ ਆਪਣੇ ਲੰਮੇ ਤਜਰਬੇ ਦੇ ਸਾਡੇ ਦੇ ਨਾਲ ਜੋ ਵਿਚਾਰ ਚਰਚਾ ਕਰ ਰਹੇ ਸੀ। ਜਿਸ ਤਰ੍ਹਾਂ ਕਿ ਸਰਦਾਰ ਰਾਜਵੀਰ ਸਿੰਘ ਨੇ ਗੱਲ ਕਹੀ ਹੈ ਕਿ ਮੁਨਾਫਾ ਹਮੇਸ਼ਾ ਕਿਸਾਨਾਂ ਦੀ ਜਿਹੜੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿ ਖੇਤੀ ਦੇ ਵਿੱਚ ਹੁਣ ਮੁਨਾਫਾ ਨਹੀਂ ਰਿਹਾ, ਪਰ ਇਹ ਗੱਲ ਦਾ ਦਾਅਵਾ ਕਰ ਰਹੇ ਨੇ, ਯਕੀਨ ਨਾਲ ਕਹਿ ਰਹੇ ਨੇ ਕਿ ਇਸ ਤੋਂ ਵੱਡਾ ਜਿਹੜਾ ਲਾਹੇਵੰਦ ਧੰਦਾ ਉਹ ਦੁਨੀਆ ਦੇ ਉੱਪਰ ਨਹੀਂ ਬਣਿਆ। ਜਿਸ ਤਰ੍ਹਾਂ ਦੱਸ ਰਹੇ ਨੇ ਕਿ ਇੱਕ ਡੱਬੇ ਦੇ ਵਿੱਚੋਂ 55 ਲੱਖ ਰੁਪਏ ਪ੍ਰਤੀ ਸਾਲ ਦੀ ਆਮਦਨ ਹੋ ਸਕਦੀ ਹੈ, ਤਾਂ ਵਾਕਈ ਇਹ ਬੜੇ ਕਮਾਲ ਦੀ ਅੰਕੜੇ ਨੇ ਜੋ ਸਰਦਾਰ ਰਾਜਵੀਰ ਸਿੰਘ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ। ਇਹਨਾਂ ਦੇ ਵੱਲੋਂ ਸ਼ਹਿਦ ਨੂੰ ਲੈ ਕੇ ਜੋ ਸਾਡੇ ਨਾਲ ਵਿਸਤਾਰ ਚਰਚਾ ਕੀਤੀ ਗਈ ਹੈ, ਉਹ ਸ਼ਾਇਦ ਹੀ ਮੇਰੇ ਹਿਸਾਬ ਦੇ ਨਾਲ ਤੁਸੀਂ ਇਸ ਤੋਂ ਪਹਿਲਾਂ ਕਦੇ ਸੁਣੀ ਜਾਂ ਦੇਖੀ ਹੋਵੇ। ਸੰਗਰੂਰ ਤੋਂ ਅਜੀਤ ਵੈਬ ਦੇ ਨਾਲ ਦਮਨਜੀਤ ਸਿੰਘ, ਕੈਮਰਾਮੈਨ ਦਰਸ਼ਨ ਵਧਵਾ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।